ਬਾਬਾ ਨੰਦ ਸਿੰਘ ਜੀ, ਧੰਨ ਧੰਨ ਬਾਬਾ ਨੰਦ ਸਿੰਘ ਜੀ। ਬਾਬਾ ਜੀ ਦਾ ਜੀਵਨ ਕੀ ਵਿਖਿਆਨ ਕਰ ਸਕਦੇ ਹਾਂ ਅਸੀਂ। ਬਾਬਾ ਜੀ ਤਾਂ ਉਹ ਮਹਾਨ ਪਰਉਪਕਾਰੀ ਰੂਹ ਹੋਏ ਹਨ ਜਿਨ੍ਹਾਂ ਨੇ ਦੂਸਰੇ ਮਹਾਂਪੁਰਸ਼ਾਂ ਨੂੰ ਰਸਤਾ ਵਿਖਾਇਆ, ਵੱਡੇ ਵੱਡੇ ਪੀਰ ਪੈਗੰਬਰਾਂ ਨੂੰ ਸਹੀ ਰਾਹ 'ਤੇ ਪਾਇਆ। ਬਾਬਾ ਜੀ ਦੀ ਉਸਤਤ ਕੋਈ ਵੀ ਨਹੀਂ ਕਰ ਸਕਦਾ, ਪਰ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕੁਛ ਉਹਨਾਂ ਦੇ ਜੀਵਨ ਬਾਰੇ ਜਾਣਨ ਦੀ, ਆਪਣੇ ਜੀਵਨ ਨੂੰ ਸਦਬੁੱਧੀ ਦੇਈਏ, ਸਹੀ ਰਸਤੇ 'ਤੇ ਤੁਰੀਏ। ਬਾਬਾ ਜੀ ਦਾ ਜਨਮ 8 ਨਵੰਬਰ 1870 ਈਸਵੀ ਵਿੱਚ ਲੁਧਿਆਣੇ ਦੇ ਇੱਕ ਪਿੰਡ ਸ਼ੇਰਪੁਰੇ ਵਿੱਚ ਹੋਇਆ ਹੈ। ਬਾਬਾ ਜੀ ਦੇ ਮਾਤਾ ਜੀ ਦਾ ਨਾਂ ਮਾਤਾ ਸਦਾ ਕੌਰ ਜੀ ਤੇ ਪਿਤਾ ਜੀ ਦਾ ਨਾਂ ਭਾਈ ਜੈ ਸਿੰਘ ਹੋਇਆ ਹੈ। ਬਾਬਾ ਜੀ ਦੇ ਜਨਮ ਤੋਂ ਹੀ ਬਹੁਤ ਸਾਰੀਆਂ ਘਟਨਾਵਾਂ ਜੁੜੀਆਂ ਹੋਈਆਂ ਹਨ। ਇੱਕ ਘਟਨਾ ਇੰਝ ਹੁੰਦੀ ਹੈ, ਬਾਬਾ ਜੀ ਦੇ ਘਰ ਇੱਕ ਬੱਕਰੀ ਹੁੰਦੀ ਸੀ ਜੋ ਕਿ ਬਹੁਤ ਘੱਟ ਦੁੱਧ ਦਿੰਦੀ ਸੀ। ਜਦ ਵੀ ਇਸਦਾ ਦੁੱਧ ਚੋਇਆ ਜਾਂਦਾ ਸੀ ਤਾਂ ਅੱਧੀ ਕੁ ਬਾਲਟੀ ਮਸਾਂ ਹੀ ਦੁੱਧ ਦਿੰਦੀ ਸੀ। ਪਰ ਜਦ ਬਾਬਾ ਜੀ ਦਾ ਜਨਮ ਹੋਇਆ ਤਾਂ ਉਸ ਤੋਂ ਅਗਲੇ ਦਿਨ ਉਸ ਬੱਕਰੀ ਨੇ ਬਾਲਟੀ ਭਰ ਕੇ ਦੁੱਧ ਦੇ ਦਿੱਤਾ। ਇਹ ਵੇਖ ਕੇ ਬਾਬਾ ਜੀ ਦੇ ਦਾਦਾ ਜੀ ਬਹੁਤ ਖੁਸ਼ ਹੋਏ। ਉਹਨਾਂ ਨੇ ਕਿਹਾ ਜਿਹੜਾ ਨਵਾਂ ਜੀ ਆਪਣੇ ਘਰ ਆਇਆ ਬਹੁਤ ਭਾਗਾਂ ਵਾਲਾ ਹੈ। ਸੋ ਬਾਬਾ ਜੀ ਜਿਸ ਇਲਾਕੇ ਵਿੱਚ ਰਹਿੰਦੇ ਸਨ, ਉਸ ਇਲਾਕੇ ਵਿੱਚ ਲਗਭਗ 300 ਕੁ ਪਰਿਵਾਰ ਰਹਿੰਦੇ ਸਨ ਅਤੇ ਉਹਨਾਂ 300 ਪਰਿਵਾਰਾਂ ਵਿੱਚ ਵੀ ਅੱਧੇ ਨਾਲੋਂ ਜ਼ਿਆਦਾ ਲੋਕ ਮੁਸਲਮਾਨ ਹੀ ਸਨ। ਪਰ ਉਸ ਵੇਲੇ ਅੱਜ ਦੀ ਤਰ੍ਹਾਂ ਇਹ ਜਾਤ ਪਾਤ ਦਾ ਭੇਦਭਾਵ ਨਹੀਂ ਹੁੰਦਾ ਸੀ, ਸਭ ਲੋਕ ਖੁਸ਼ਹਾਲੀ ਨਾਲ ਰਹਿੰਦੇ ਸਨ। ਉਸ ਸਮੇਂ ਅੱਜ ਕੱਲ੍ਹ ਦੀ ਤਰ੍ਹਾਂ ਲਾਈਟਾਂ ਵੀ ਨਹੀਂ ਹੁੰਦੀਆਂ ਸਨ, ਲੋਕ ਦੀਵੇ ਜਾਂ ਲਾਲਟੇਨਾਂ ਬਾਲ ਕੇ ਹੀ ਆਪਣਾ ਗੁਜ਼ਾਰਾ ਕਰਦੇ ਸਨ। ਬਾਬਾ ਜੀ ਦੇ ਘਰ ਵਿੱਚ ਧਾਰਮਿਕ ਚੀਜ਼ਾਂ, ਧਾਰਮਿਕ ਕਵਿਤਾਵਾਂ, ਧਾਰਮਿਕ ਕਹਾਣੀਆਂ ਜ਼ਿਆਦਾਤਰ ਸੁਣਾਈਆਂ ਜਾਂਦੀਆਂ ਸਨ। ਜਦ ਵੀ ਸ਼ਾਮ ਦਾ ਵੇਲਾ ਹੁੰਦਾ ਸੀ ਤਾਂ ਪਰਿਵਾਰ ਸਾਰਾ ਇਕੱਠਾ ਹੋ ਕੇ ਲਾਲਟੇਨ ਜਗਾ ਕੇ ਗੁਰੂ ਨਾਨਕ ਜੀ ਦੀ ਸਾਖੀਆਂ ਸੁਣਦੇ ਸਨ। ਜਦ ਵੀ ਉਹ ਸਾਖੀਆਂ ਸੁਣਦੇ ਸਨ ਤਾਂ ਬਾਬਾ ਜੀ 'ਤੇ ਬਹੁਤ ਪ੍ਰਭਾਵ ਪੈਂਦਾ ਸੀ। ਬਾਬਾ ਜੀ ਇਸ ਤਰ੍ਹਾਂ ਬਾਬਾ ਜੀ ਅੰਦਰ ਗੁਰੂ ਨਾਨਕ ਦੇਵ ਜੀ ਪ੍ਰਤੀ ਲੱਗਣ ਲੱਗਣੀ ਸ਼ੁਰੂ ਹੋ ਗਈ। ਇੱਕ ਵਾਰ ਬਾਬਾ ਜੀ ਇੱਦਾਂ ਹੀ ਸੂਰਜ ਪ੍ਰਤਾਪ ਵਿੱਚ ਸਾਖੀ ਸੁਣ ਰਹੇ ਸਨ। ਉਸ ਵੇਲੇ ਸਾਖੀ ਆਈ ਬਾਬਾ ਬੁੱਢਾ ਜੀ ਦੀ ਕਿ ਜਦ ਉਹ ਗੁਰੂ ਨਾਨਕ ਦੇਵ ਜੀ ਪਾਸ ਆਏ ਤਾਂ ਉਹਨਾਂ ਨੇ ਲੱਕੜਾਂ ਬਾਰੇ ਦੱਸਿਆ ਕਿ ਮੇਰੇ ਮਾਤਾ ਜੀ ਲੱਕੜਾਂ ਬਾਲ ਰਹੇ ਸਨ ਅਤੇ ਉਹ ਕਹਿੰਦੇ ਸਨ ਕਿ ਛੋਟੀ ਲੱਕੜ ਨੂੰ ਛੇਤੀ ਅੱਗ ਲੱਗਦੀ ਹੈ। ਇੱਦਾਂ ਵੇਖ ਕੇ ਬਾਬਾ ਬੁੱਢਾ ਜੀ ਦੇ ਮਨ ਵਿੱਚ ਆਇਆ ਕਿ ਮੈਂ ਵੀ ਸਭ ਤੋਂ ਛੋਟਾ ਹਾਂ ਆਪਣੇ ਘਰ ਵਿੱਚ ਅਤੇ ਕਿਤੇ ਕਾਲ ਵੀ ਸਭ ਤੋਂ ਪਹਿਲਾਂ ਆ ਕੇ ਮੈਨੂੰ ਨਾ ਫੜ ਲਏ। ਇਸੇ ਕਿ ਉਹ ਜਦ ਗੁਰੂ ਨਾਨਕ ਦੇਵ ਜੀ ਪਾਸ ਗਏ ਤਾਂ ਕਹਿਣ ਲੱਗੇ ਕਿ ਮੈਨੂੰ ਡਰ ਲੱਗਦਾ ਹੈ ਕਿ ਸਭ ਤੋਂ ਪਹਿਲਾਂ ਮੈਨੂੰ ਮੌਤ ਨਾ ਆ ਜਾਏ, ਮੈਨੂੰ ਕਾਲ ਆ ਕੇ ਗ੍ਰਸ ਨਾ ਲਏ। ਤਾਂ ਇਸ 'ਤੇ ਬਾਬਾ ਗੁਰੂ ਨਾਨਕ ਦੇਵ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਉਹਨਾਂ ਨੂੰ ਕਿਹਾ ਤੂੰ ਹੈ ਤਾਂ ਛੋਟਾ ਜਿਹਾ ਪਰ ਗੱਲਾਂ ਬੁੱਢਿਆਂ ਵਾਲੀ ਕਰਦਾ ਹੈ। ਤਾਂ ਬਾਬਾ ਜੀ ਦਾ ਨਾਮ ਬਾਬਾ ਬੁੱਢਾ ਜੀ ਪੈ ਗਿਆ। ਬਾਬਾ ਜੀ ਨੇ ਉਹਨਾਂ ਨੂੰ ਕਿਹਾ ਸੀ ਕਿ ਤੁਸੀਂ ਨਿਰੰਕਾਰ ਦੀ ਸ਼ਰਨ ਵਿੱਚ ਰਹੋ ਤਾਂ ਤੁਹਾਨੂੰ ਕੋਈ ਕਿਸੇ ਦੀ ਡਰ ਨਹੀਂ ਹੈ। ਇਹ ਕਥਾ ਸੁਣ ਕੇ ਬਾਬਾ ਜੀ ਉੱਪਰ ਬਹੁਤ ਅਸਰ ਹੋਇਆ। ਬਾਬਾ ਜੀ ਵੀ ਕਹਿਣ ਲੱਗੇ ਕਿ ਉਹ ਵੀ ਸੋਚਣ ਲੱਗ ਪਏ ਕਿ ਮੈਂ ਵੀ ਘਰ ਵਿੱਚ ਸਭ ਤੋਂ ਛੋਟਾ ਹਾਂ, ਕਿਤੇ ਕਾਲ ਮੈਨੂੰ ਨਾ ਆ ਕੇ ਫੜ ਲਏ। ਪਰ ਜਦ ਉਹਨਾਂ ਨੇ ਸੁਣਿਆ ਕਿ ਨਿਰੰਕਾਰ ਦੀ ਸ਼ਰਨ ਵਿੱਚ ਸਾਨੂੰ ਕੋਈ ਡਰ ਨਹੀਂ ਹੈ ਤਾਂ ਉਹ ਕਹਿਣ ਲੱਗੇ ਕਿ ਨਿਰੰਕਾਰ ਕੌਣ ਹੈ, ਕੌਣ ਹੈ ਨਿਰੰਕਾਰ, ਮੈਂ ਕਿਹਦੇ ਕੋਲ ਜਾਵਾਂ। ਤਾਂ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਅਸੀਂ ਸਾਰੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਨਿਰੰਕਾਰ ਮੰਨਦੇ ਹਾਂ। ਤਾਂ ਉਸ ਦਿਨ ਤੋਂ ਬਾਅਦ ਬਾਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਪੂਰਾ ਦਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਰਹਿੰਦੇ ਸਨ। ਪਰ ਇੱਕ ਦਿਨ ਜਦ ਬਾਬਾ ਜੀ ਆਰਾਮ ਕਰ ਰਹੇ ਸਨ ਤਾਂ ਉਹਨਾਂ ਨੂੰ ਇੱਕਦਮ ਦਿਮਾਗ ਵਿੱਚ ਆਇਆ ਜਦ ਮੈਂ ਸੋ ਜਾਂਦਾ ਹਾਂ ਤਾਂ ਮੈਂ ਨਿਰੰਕਾਰ ਤੋਂ ਦੂਰ ਹੋ ਜਾਂਦਾ ਹਾਂ। ਤਾਂ ਉਸ ਵੇਲੇ ਦਾ ਕਾਲ ਆ ਕੇ ਮੈਨੂੰ ਫੜ ਲਏ। ਇਹ ਵੇਖ ਕੇ ਬਾਬਾ ਜੀ ਨੇ ਸੋਚਿਆ ਮੈਨੂੰ ਹੁਣ ਰਾਤ ਨੂੰ ਵੀ ਨਿਰੰਕਾਰ ਦੀ ਸ਼ਰਨ ਵਿੱਚ ਰਹਿਣਾ ਚਾਹੀਦਾ ਹੈ। ਪਰ ਰਾਤ ਨੂੰ ਜਿਵੇਂ ਸਾਨੂੰ ਸਾਰਿਆਂ ਨੂੰ ਨੀਂਦ ਆ ਜਾਂਦੀ ਹੈ, ਬਾਬਾ ਜੀ ਨੇ ਇਸ ਦਾ ਇੱਕ ਤਰੀਕਾ ਸੋਚਿਆ। ਬਾਬਾ ਜੀ ਇੱਦਾਂ ਕਰਦੇ ਸਨ ਕਿ ਜਦ ਉਹਨਾਂ ਸਾਰੇ ਪਰਿਵਾਰ ਸੋ ਜਾਂਦਾ ਸੀ ਤਾਂ ਬਾਬਾ ਜੀ ਘਰ ਦੇ ਨੇੜੇ ਇੱਕ ਖੂਹ ਸੀ, ਉਸ ਦੀ ਬਨੇਰੇ 'ਤੇ ਜਾ ਕੇ ਬਹਿ ਜਾਂਦੇ ਸਨ। ਤਾਂ ਉਹ ਜਦ ਉਹਨਾਂ ਦੇ ਘਰ ਵਿੱਚ ਉਹਨਾਂ ਦੇ ਵੱਡੇ ਭਰਾ ਨੂੰ ਪਤਾ ਲੱਗਾ ਕਿ ਬਾਬਾ ਜੀ ਉੱਥੇ ਮੌਜੂਦ ਨਹੀਂ ਹਨ ਤਾਂ ਉਹ ਸਾਰੇ ਉਹਨਾਂ ਨੂੰ ਲੱਭਣ ਚਲੇ ਗਏ ਔਰ ਸਾਰੇ ਲਾਲਟੇਨਾਂ ਫੜ ਕੇ ਬਾਬਾ ਜੀ ਨੂੰ ਲੱਭਣ ਗਏ। ਜਦ ਥੋੜ੍ਹੀ ਕੁ ਦੂਰ ਗਏ ਤਾਂ ਉਹਨਾਂ ਨੇ ਵੇਖਿਆ ਕਿ ਬਾਬਾ ਜੀ ਤਾਂ ਖੂਹ ਦੇ ਨੇੜੇ ਬੈਠੇ ਹਨ। ਤਾਂ ਉਹਨਾਂ ਨੇ ਚੱਟ ਜਾ ਕੇ ਉਹਨਾਂ ਨੂੰ ਫੜਿਆ ਅਤੇ ਉਹਨਾਂ ਨੂੰ ਥੱਲੇ ਲਾਇਆ। ਤਾਂ ਉਹਨਾਂ ਨੇ ਪੁੱਛਿਆ ਤੁਸੀਂ ਇੱਥੇ ਕੀ ਕਰ ਰਹੇ ਹੋ? ਤਾਂ ਬਾਬਾ ਜੀ ਨੇ ਕਿਹਾ ਮੈਂ ਜਦ ਵੀ ਸੋ ਜਾਂਦਾ ਹਾਂ ਤਾਂ ਮੈਂ ਨਿਰੰਕਾਰ ਤੋਂ ਦੂਰ ਹੋ ਜਾਂਦਾ ਹਾਂ,
ਮੈਂ ਉਹਨਾਂ ਤੋਂ ਦੂਰ ਹੋ ਜਾਂਦਾ ਹਾਂ ਤਾਂ ਕਾਲ ਆ ਕੇ ਮੈਨੂੰ ਫੜ ਸਕਦਾ ਹੈ ਉਸ ਸਮੇਂ। ਉਹ ਮੈਂ ਉਹਨਾਂ ਸ਼ਰਨ ਵਿੱਚ ਰਹਿਣਾ ਚਾਹੁੰਦਾ ਹਾਂ, ਪਰ ਜਦ ਮੈਨੂੰ ਨੀਂਦ ਤੰਗ ਕਰਦੀ ਹੈ ਤਾਂ ਮੈਂ ਸੋ ਜਾਂਦਾ, ਤਾਂ ਮੈਨੂੰ ਨੀਂਦ ਆ ਜਾਂਦੀ ਹੈ। ਇਸ ਕਰਕੇ ਮੈਂ ਇਸ ਖੂਹ ਦੇ ਨੇੜੇ ਆ ਕੇ ਬੈਠਾ ਹਾਂ ਤਾਂ ਜੋ ਮੈਨੂੰ ਨੀਂਦ ਆਏ ਤਾਂ ਥੱਲੇ ਡਿੱਗਣ ਦਾ ਡਰ ਨਾਲ ਮੈਂ ਉੱਠ ਜਾਵਾਂ, ਮੈਂ ਸੋਵਾਂ ਨਾ। ਇਹ ਵੇਖ ਕੇ ਉਹਨਾਂ ਦੇ ਭਰਾ ਨੇ ਉਹਨਾਂ ਨੂੰ ਕਿਹਾ, ਤੂੰ ਇੱਦਾਂ ਕਰਿਆ ਕਰ, ਜਦ ਵੀ ਸੌਂ ਲੱਗਾ ਹੁੰਦਾ ਹੈ ਤੂੰ ਪਹਿਲੀ ਪੌੜੀ ਦਾ ਪਾੜ ਕਰਕੇ ਸੋਇਆ ਕਰ, ਨਿਰੰਕਾਰ ਤੇਰੇ ਅੰਗ ਸੰਗ ਸਹਾਈ ਰਹਿਣਗੇ। ਇਹ ਸੁਣ ਕੇ ਬਾਬਾ ਜੀ ਨੇ ਕਿਹਾ, ਠੀਕ ਹੈ, ਤਾਂ ਮੈਂ ਇੱਦਾਂ ਹੀ ਕਰਿਆ ਕਰੂੰਗਾ। ਫਿਰ ਬਾਬਾ ਜੀ ਨੇ ਮੂਲ ਮੰਤਰ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ। ਸੋ ਇਸੇ ਤਰ੍ਹਾਂ ਹੀ ਜਦ ਬਾਬਾ ਜੀ ਥੋੜ੍ਹੇ ਵੱਡੇ ਹੋਏ ਤਾਂ ਬਾਬਾ ਜੀ ਬਾਕੀਆਂ ਬੱਚਿਆਂ ਨਾਲੋਂ ਬਿਲਕੁਲ ਅਲੱਗ ਸਨ। ਹਾਲਾਂਕਿ ਉਹ ਦੂਜੇ ਮੁੰਡਿਆਂ ਨਾਲ ਖੇਡਦੇ ਵੀ ਸਨ, ਉਹਨਾਂ ਨਾਲ ਮੇਲੇ ਵਿੱਚ ਵੀ ਜਾਂਦੇ ਸਨ, ਪਰ ਬਾਬਾ ਜੀ ਦਾ ਸੁਭਾਅ ਵਿਲੱਖਣ ਹੀ ਸੀ। ਬਾਬਾ ਜੀ ਦੇ ਮੱਥੇ ਉੱਤੇ ਇੱਕ ਅਲੱਗ ਹੀ ਨੂਰ ਦਿਖਦਾ ਸੀ। ਬਾਬਾ ਜੀ ਦਾ ਸੁਭਾਅ ਸਾਰਿਆਂ ਨਾਲੋਂ ਵੱਖਰਾ ਸੀ। ਜਦ ਵੀ ਕਿਤੇ ਜਾਣਾ ਆਪਣੀ ਨੀਵੀਂ ਪਾਈ ਰੱਖਣੀ, ਆਪਣੇ ਵਿੱਚ ਹੀ ਮਸਤ ਰਹਿਣਾ, ਕਿਸੇ ਨਾਲ ਜ਼ਿਆਦਾ ਗੱਲ ਨਹੀਂ ਕਰਨੀ, ਨਾ ਲੜਾਈ ਕਰਨੀ। ਹਾਲਾਂਕਿ ਆਪਣੇ ਦੋਸਤਾਂ ਨਾਲ ਹੱਸਦੇ ਖੇਡਦੇ ਵੀ ਸਨ, ਪਰ ਲੋੜ ਪੈਣ ਤੇ ਤਕੜੀ ਤਾੜਨਾ ਵੀ ਕਰ ਦਿੰਦੇ ਸਨ। ਬਾਬਾ ਜੀ ਦਾ ਸੁਭਾਅ ਬਹੁਤ ਵਿਲੱਖਣ ਸੀ। ਇੱਦਾਂ ਹੀ ਬਾਬਾ ਜੀ ਨੇ ਹੌਲੀ ਹੌਲੀ ਆਪਣੇ ਘਰ ਪਰਿਵਾਰ ਵਿੱਚ ਕੰਮ ਕਰਨੇ ਸ਼ੁਰੂ ਕਰ ਦਿੱਤੇ। ਇੱਕ ਵਾਰ ਦੀ ਗੱਲ ਹੈ, ਧੰਨ ਬਾਬਾ ਨੰਦ ਸਿੰਘ ਜੀ ਆਪਣੇ ਵੱਡੇ ਭਰਾ ਨਾਲ ਖੇਤ ਵਿੱਚ ਗਏ ਤਾਂ ਉਹਨਾਂ ਦੇ ਭਰਾ ਉੱਥੇ ਖੇਤ ਵਿੱਚ ਹਲ ਚਲਾ ਰਹੇ ਸਨ। ਤਾਂ ਉਹਨਾਂ ਨੇ ਬਾਬਾ ਜੀ ਨੂੰ ਕਿਹਾ, ਤੁਸੀਂ ਵੀ ਇੱਦਾਂ ਕਰੋ, ਥੋੜ੍ਹੀ ਦੇਰ ਹਲ ਚਲਾਓ, ਮੈਂ ਇੱਥੇ ਬੈਠਦਾ ਹਾਂ। ਤਾਂ ਬਾਬਾ ਜੀ ਨੇ 7 ਬਚਨ ਕੀਤਾ। ਬਾਬਾ ਜੀ ਜਦ ਹਲ ਚਲਾਉਂਦੇ ਪੂਰੀ ਇੱਕ ਲਾਈਨ ਪੂਰੀ ਕਰ ਦਿੱਤੀ ਤਾਂ ਉੱਥੋਂ ਘੁੰਮ ਕੇ ਦੂਸਰੇ ਪਾਸੇ ਆਉਣਾ ਸੀ, ਪਰ ਬਾਬਾ ਜੀ ਨੇ ਇੰਝ ਨਾ ਕੀਤਾ। ਬਾਬਾ ਜੀ ਨੇ ਫਿਰ ਦੂਸਰੇ ਪਾਸੇ ਜਾ ਕੇ ਸ਼ੁਰੂਆਤ ਤੋਂ ਸ਼ੁਰੂ ਕੀਤਾ। ਤਾਂ ਇਹ ਵੇਖ ਕੇ ਬਾਬਾ ਜੀ ਦੇ ਭਰਾ ਬਹੁਤ ਹੈਰਾਨ ਹੋਏ ਕਿ ਤੁਸੀਂ ਇੱਦਾਂ ਕਿਉਂ ਕੀਤਾ, ਤੁਸੀਂ ਉੱਥੋਂ ਘੁੰਮ ਕੇ ਵੀ ਆ ਸਕਦੇ ਸਨ। ਤਾਂ ਬਾਬਾ ਜੀ ਨੇ ਕਿਹਾ, ਉੱਥੇ ਇੱਕ ਘਰ ਸੀ ਸਾਹਮਣੇ, ਕਹਿੰਦੇ ਉਹਨਾਂ ਨੇ ਕਿਹਾ, ਉਸ ਸਾਹਮਣੇ ਘਰ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਅਤੇ ਮੈਂ ਗੁਰੂ ਗ੍ਰੰਥ ਸਾਹਿਬ ਜੀ ਵੱਲ ਪਿੱਠ ਨਹੀਂ ਕਰ ਸਕਦਾ। ਇਹ ਵੇਖ ਕੇ ਉਹਨਾਂ ਦੇ ਭਰਾ ਬਹੁਤ ਖੁਸ਼ ਹੋਏ। ਉਹਨਾਂ ਨੇ ਕਿਹਾ, ਇਹੀ ਪ੍ਰੇਮ ਹੈ, ਇਹੀ ਪ੍ਰੇਮ ਤੁਹਾਨੂੰ ਗੁਰੂ ਨਾਨਕ ਨਾਲ ਮਿਲਾ ਸਕਦਾ ਹੈ। ਇਸ ਤਰ੍ਹਾਂ ਫਿਰ ਬਾਬਾ ਜੀ ਦਾ ਪਾਲਣ ਪੋਸ਼ਣ ਇਸ ਧਰਤੀ 'ਤੇ ਹੋਣ ਲੱਗ ਪਿਆ। ਫਿਰ ਬਾਬਾ ਜੀ ਦੀ ਵੱਡੀ ਭੈਣ ਜੀ ਦਾ ਵਿਆਹ ਮੁਕਤਸਰ ਹੋ ਗਿਆ ਤਾਂ ਉਹ ਉੱਥੇ ਚਲੇ ਗਏ। ਉਹਨਾਂ ਤੇ ਉਸ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦੇ ਵੱਡੇ ਭਰਾ ਭਾਈ ਸੰਤਾ ਸਿੰਘ ਜੀ ਨੂੰ ਕਿਹਾ, ਤੁਸੀਂ ਵੀ ਉੱਥੇ ਜਾ ਕੇ ਕੰਮ ਲੱਭੋ। ਤਾਂ ਉਹ ਵੀ ਉੱਥੇ ਚਲੇ ਗਏ ਤਾਂ ਉਹਨਾਂ ਨੂੰ ਉੱਥੇ ਸਰਕਾਰੀ ਕੰਮ ਲੱਭ ਗਿਆ। ਤਾਂ ਉਹਨਾਂ ਨੇ ਬਾਬਾ ਜੀ ਨੇ ਵੀ ਉੱਥੇ ਬੁਲਾ ਲਿਆ। ਜਦ ਬਾਬਾ ਜੀ ਉੱਥੇ ਗਏ ਤਾਂ ਬਾਬਾ ਜੀ ਦੇ ਅੰਦਰ ਨਾਮ ਦੀ ਲਗਨ ਹੋਰ ਲੱਗ ਗਈ। ਜਦ ਉਹ ਉੱਥੇ ਗਏ ਤਾਂ ਉਹਨਾਂ ਦੀ ਭੈਣ ਜੀ ਦੇ ਘਰ ਵਿੱਚ ਇੱਕ ਬਹੁਤ ਵੱਡਾ ਕੜਾਹਾ ਹੈਗਾ ਸੀ। ਤਾਂ ਬਾਬਾ ਜੀ ਨੇ ਇੱਦਾਂ ਕਰਿਆ ਕਰਨਾ, ਜਦ ਵੀ ਕੰਮ ਤੋਂ ਵਿਹਲੇ ਹੋਣਾ ਤਾਂ ਉਸ ਕੜਾਹੇ ਅੰਦਰ ਪਾਣੀ ਭਰ ਲੈਣਾ ਅਤੇ ਆਪ ਉਹਦੇ ਵਿੱਚ ਜਾ ਕੇ ਬੈਠ ਜਾਣਾ ਅਤੇ ਬਿਰਤੀ ਗੁਰੂ ਨਾਨਕ ਦੇ ਚਰਨਾਂ ਵਿੱਚ ਲਾਉਣ ਦੀ ਕੋਸ਼ਿਸ਼ ਕਰਨੀ। ਇਉਂ ਬਾਬਾ ਜੀ ਨੇ ਆਪਣੀ ਸੁਰਤ ਟਿਕਾਣੀ ਸ਼ੁਰੂ ਕਰ ਦਿੱਤੀ। ਬਾਬਾ ਜੀ ਨੇ ਕਈ ਘੰਟਿਆਂ ਤੱਕ ਉੱਥੇ ਬੈਠੇ ਰਹਿੰਦੇ ਸਨ ਅਤੇ ਅਡੋਲ ਅਵਸਥਾ ਵਿੱਚ ਨਾਮ ਜਪਦੇ ਸਨ। ਫਿਰ ਥੋੜ੍ਹੀ ਦੇਰ ਬਾਅਦ ਬਾਬਾ ਜੀ ਵਾਪਸ ਆਪਣੇ ਪਿੰਡ ਸ਼ੇਰਪੁਰੇ ਆ ਗਏ। ਉਸ ਸਮੇਂ ਲੁਧਿਆਣੇ ਵਿੱਚ ਸਿਵਲ ਲਾਈਨਾਂ ਵਿਛ ਰਹੀਆਂ ਸਨ ਅਤੇ ਮੰਡੀ ਵੀ ਪੈ ਰਹੀ ਸੀ। ਸੋ ਉਸ ਸਮੇਂ ਕਿਰਤ ਕਾਫੀ ਹੁੰਦੀ ਸੀ। ਉਸ ਸਮੇਂ ਬਾਬਾ ਜੀ ਨੇ ਜਿਹਦੀ ਵੀ ਕਿਰਤ ਲੱਕੜੀ ਦੀ, ਲੋਹੇ ਦੀ ਜਾਂ ਇੱਟ ਦੀ ਮਿਲਣੀ, ਬਾਬਾ ਜੀ ਨੇ ਕਰ ਲੈਣੀ। ਪਰ ਬਾਬਾ ਜੀ ਜ਼ਿਆਦਾਤਰ ਲੱਕੜੀ ਅਤੇ ਇੱਟਾਂ ਦਾ ਕੰਮ ਜ਼ਿਆਦਾ ਕਰਦੇ ਸਨ। ਬਾਬਾ ਜੀ ਨੇ ਸਵੇਰੇ ਤੜਕੇ ਅੰਮ੍ਰਿਤ ਵੇਲੇ ਉੱਥੇ ਜਾਣਾ ਅਤੇ ਕੰਮ 'ਤੇ ਜਾਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਆਪ ਮੱਥਾ ਟੇਕ ਕੇ ਜਾਣਾ ਅਤੇ ਹਾਜ਼ਰੀ ਲਵਾ ਕੇ ਜਾਣਾ। ਕੰਮ ਕਰਦਿਆਂ ਵੀ ਕਿਸੇ ਨਾਲ ਗੱਲ ਨਾ ਕਰਨੀ, ਬਸ ਬਾਬਾ ਜੀ ਦੇ ਬੋਲ ਹਿਲਦੇ ਰਹਿੰਦੇ ਸਨ ਅਤੇ ਬਾਬਾ ਜੀ ਕੰਮ ਕਰਦੇ ਰਹਿੰਦੇ ਸਨ। ਬਾਬਾ ਜੀ ਦੀ ਸੁਰਤੀ ਕਰਤਾਰ ਵਿੱਚ ਹੁੰਦੀ ਸੀ ਅਤੇ ਹੱਥ ਕਾਰ ਵਿੱਚ ਹੁੰਦੇ ਸਨ। ਬਾਬਾ ਜੀ ਨੇ ਕਿਸੇ ਨਾਲ ਕੋਈ ਫਾਲਤੂ ਗੱਲ ਨਾ ਕਰਨੀ, ਪਰ ਜਦ ਕਦੀ ਕੋਈ ਪਰਮਾਰਥ ਦੀ ਗੱਲ ਹੁੰਦੀ ਹੋਏ ਤਾਂ ਬਾਬਾ ਜੀ ਜ਼ਰੂਰ ਉਹਦੇ ਵਿੱਚ ਸ਼ਾਮਿਲ ਹੁੰਦੇ ਸਨ। ਬਾਬਾ ਜੀ ਦੀ ਇਮਾਨਦਾਰੀ ਤਾਂ ਬਹੁਤ ਹੱਦ ਨਾਲੋਂ ਵੱਧ ਸੀ। ਉਹ ਹੁੰਦਾ ਅਸੀਂ ਵੀ ਕਿਰਤ ਕਰਦੇ ਹਾਂ, ਪਰ ਬਾਬਾ ਜੀ ਦੀ ਕਿਰਤ ਵੀ ਵਿਲੱਖਣ ਸੀ। ਬਾਬਾ ਜੀ ਨੇ ਸਭ ਤੋਂ ਪਹਿਲਾਂ ਕੰਮ 'ਤੇ ਜਾਣਾ ਅਤੇ ਸਭ ਤੋਂ ਐਂਡ ਵਿੱਚ ਘਰ ਵਾਪਸ ਜਾਣਾ। ਹਾਂ, ਇਸ 'ਤੇ ਉਹਨਾਂ ਦੇ ਮਾਲਕ ਨੇ ਕਹਿਣਾ, ਤੁਸੀਂ ਸਭ ਤੋਂ ਪਹਿਲਾਂ ਆਉਂਦੇ ਹੋ ਅਤੇ ਕੰਮ ਵੀ ਸਾਰਾ ਕਰਦੇ ਹੋ, ਪਰ ਫਿਰ ਵੀ ਰਾਤ ਤੱਕ ਰੁਕੇ ਰਹਿੰਦੇ ਹੋ, ਇੱਦਾਂ ਕਿਉਂ? ਤਾਂ ਬਾਬਾ ਜੀ ਨੇ ਕਹਿਣਾ,
ਇਹ ਸਾਡੇ ਗੁਰੂ ਦਾ ਹੁਕਮ ਹੈ ਕਿ ਸੱਚੀ ਸੁੱਚੀ ਕਿਰਤ ਕਰਨੀ ਹੈ। ਬਾਬਾ ਜੀ ਨੇ ਦੂਸਰਿਆਂ ਨੂੰ ਵੀ ਕਹਿਣਾ ਤੁਸੀਂ ਦਿਹਾੜੀ 4 ਆਨੇ ਦੀ ਲੈਣੀ ਹੈ ਪਰ ਕੰਮ 4.5 ਆਨੇ ਦਾ ਕਰਨਾ ਹੈ। ਪਰ ਜਦ ਉਹਨਾਂ ਦੇ ਮਾਲਕ ਨੇ ਵੀ ਉਹਨਾਂ ਨੂੰ ਕਹਿਣਾ ਕਿ ਤੁਸੀਂ ਕੰਮ ਵੱਧ ਕਰਦੇ ਹੋ, ਤੁਸੀਂ ਦਿਹਾੜੀ ਵੱਧ ਲੈ ਲਓ, ਤਾਂ ਉਹਨਾਂ ਨੇ ਕਹਿਣਾ ਨਾ ਮੈਂ ਦਿਹਾੜੀ ਵੱਧ ਨਹੀਂ ਲੈਣੀ, ਤੁਸੀਂ ਮੇਰੀ ਬਣਦੀ ਦਿਹਾੜੀ ਮੈਨੂੰ ਦੇ ਦਿਓ, ਬਾਕੀ ਸਾਰੀ ਧਰਮ ਦੇ ਲੇਖੇ ਲਾ ਦਿਓ। ਕਿਉਂ ਬਾਬਾ ਜੀ ਨੇ ਕੰਮ ਵਿੱਚ ਆਪਣੀ ਪੂਰੀ ਇਮਾਨਦਾਰੀ ਰੱਖਣੀ। ਜਦ ਕਦੇ ਬਾਬਾ ਜੀ ਨੇ ਲੇਟ ਹੋ ਜਾਣਾ ਤਾਂ ਬਾਬਾ ਜੀ ਨੇ ਪਹਿਲਾਂ ਹੀ ਮਾਲਕ ਨੂੰ ਕਹਿ ਦੇਣਾ ਕਿ ਮੈਨੂੰ ਜਿੰਨਾ ਮੈਂ ਲੇਟ ਹੋਇਆ ਉਸ ਦੀ ਦਿਹਾੜੀ ਕੱਟ ਲਵੇ ਅਤੇ ਜਿਤਨੀ ਮੇਰੀ ਬਣਦੀ ਹੈ ਉਤਨੀ ਹੀ ਦੇਵੇ। ਉਹਨਾਂ ਨੇ ਆਪਣੇ ਦੂਸਰੇ ਸਾਥੀਆਂ ਨੂੰ ਵੀ ਕਿਹਾ ਕਿ ਤੁਸੀਂ ਇਉਂ ਕੰਮ ਕਰਿਆ ਕਰੋ, ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਕਿ ਸੱਚੀ ਸੁੱਚੀ ਕਿਰਤ ਕਰਨੀ ਹੈ। ਜੇਕਰ ਸਾਡੀ ਸੱਚੀ ਸੁੱਚੀ ਕਿਰਤ ਹੋਗੀ ਤਾਂ ਨਾਮ ਵਿੱਚ ਸਾਡਾ ਮਨ ਲੱਗੂਗਾ। ਬਾਬਾ ਜੀ ਇਹ ਵੀ ਕਹਿੰਦੇ ਹੁੰਦੇ ਸਨ, ਜੇ ਬੰਦਾ ਬਣਨਾ ਹੈ ਤਾਂ ਬੰਦਗੀ ਕਰੋ, ਕਿਉਂਕਿ ਬੰਦਗੀ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਇੱਥੋਂ ਤੱਕ ਜਦ ਬਾਬਾ ਜੀ ਤੇ ਜਾਣਾ ਤਾਂ ਉਹਨਾਂ ਸਾਥੀਆਂ ਨੇ ਖੇਤਾਂ ਵਿੱਚੋਂ ਕਈ ਵਾਰ ਗੰਨੇ ਤੋੜ ਲੈਣੇ ਜਾਂ ਕੋਈ ਹੋਰ ਫਲ ਫਰੂਟ ਤੋੜ ਲੈਣੇ। ਬਾਬਾ ਜੀ ਨੇ ਤਕੜੀ ਤਾਰਨਾ ਕਰਨੀ ਅਤੇ ਉਹਨਾਂ ਨੂੰ ਕਹਿਣਾ ਕਿ ਉਹ ਖੇਤ ਦੇ ਮਾਲਕ ਕੋਲੋਂ ਮਾਫੀ ਮੰਗੇ ਤੇ ਇਉਂ ਨਾ ਕਰੇ, ਕਿਉਂਕਿ ਉਸ 'ਤੇ ਉਹਨਾਂ ਦਾ ਹੱਕ ਨਹੀਂ ਹੈ ਅਤੇ ਬਿਨਾਂ ਪੁੱਛੇ ਕਿਸੇ ਨੂੰ ਕੋਈ ਚੀਜ਼ ਲਈ ਚੋਰੀ ਹੁੰਦੀ ਹੈ, ਜਿਸ ਦੀ ਸਜ਼ਾ ਮਿਲਦੀ ਹੈ। ਸੋ ਇਸ ਲਈ ਸਾਨੂੰ ਇਸ ਸਾਰੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਇਉਂ ਬਾਬਾ ਜੀ ਦਾ ਸੁਭਾਅ ਵਿਲੱਖਣ ਹੀ ਸੀ। ਬਾਬਾ ਜੀ ਸਾਰਿਆਂ ਨਾਲ ਵੱਖਰਾ ਹੀ ਰਹਿੰਦੇ ਸਨ, ਪਰ ਸੁਰਤ ਹਮੇਸ਼ਾ ਨਾਮ ਵਿੱਚ ਜੋੜੀ ਰੱਖਦੇ ਸਨ। ਸੋ ਸਾਧ ਸੰਗਤ ਜੀ, ਸਾਨੂੰ ਬਾਬਾ ਜੀ ਦੀ ਇਤਨੀ ਘਟਨਾ 'ਚੋਂ ਕਾਫੀ ਸਿੱਖਿਆਵਾਂ ਮਿਲਦੀਆਂ ਹਨ ਜੋ ਕਿ ਸਾਨੂੰ ਵਿਚਾਰਨੀਆਂ ਚਾਹੀਦੀਆਂ ਹਨ। ਸਭ ਤੋਂ ਪਹਿਲਾਂ ਬਾਬਾ ਜੀ ਦੇ ਬਚਪਨ ਵਿੱਚੋਂ ਘਟਨਾ ਹੈ ਕਿ ਬਾਬਾ ਜੀ ਦੇ ਬਚਪਨ ਦੀ ਘਟਨਾ ਵਿੱਚੋਂ ਸਿੱਖਿਆਵਾਂ ਹਨ। ਪਹਿਲੀ ਸਿੱਖਿਆ ਇਹ ਹੈ, ਜਦ ਬਾਬਾ ਜੀ ਛੋਟੇ ਜਿਹੇ ਸਨ ਤਾਂ ਬਾਬਾ ਜੀ ਸੂਰਜ ਪ੍ਰਤਾਪ ਵਿੱਚੋਂ ਧੰਨ ਧੰਨ ਗੁਰੂ ਨਾਨਕ ਦੇਵ ਜੀ ਦੀਆਂ ਕਥਾਵਾਂ ਸੁਣਦੇ ਸਨ, ਉਹਨਾਂ ਦੀਆਂ ਸਾਖੀਆਂ ਸੁਣਦੇ ਸਨ, ਜਿਸ ਕਰਕੇ ਉਹਨਾਂ ਦੇ ਬਚਪਨ ਤੋਂ ਹੀ ਉਹਨਾਂ ਅੰਦਰ ਗੁਰੂ ਪ੍ਰਤੀ ਲੱਗਣ ਲੱਗ ਗਈ। ਸੋ ਸਾਨੂੰ ਵੀ ਚਾਹੀਦਾ ਹੈ, ਅਸੀਂ ਚਾਹੇ ਹੁਣ ਵੱਡੇ ਹੋ ਗਏ ਹਾਂ ਪਰ ਸਾਡੀ ਪਰਮਾਰਥ ਦੀ ਦੁਨੀਆ ਵਿੱਚ ਅਸੀਂ ਬੱਚੇ ਹੀ ਹਨ। ਸਾਨੂੰ ਚਾਹੀਦਾ ਹੈ ਅਸੀਂ ਇਸ ਸੋਸ਼ਲ ਮੀਡੀਆ ਨੂੰ ਤਿਆਗ ਕੇ ਆਪਣੇ ਇਤਿਹਾਸ ਬਾਰੇ ਜਾਣੀਏ, ਗੁਰੂ ਦੀਆਂ ਸਾਖੀਆਂ ਸੁਣੀਏ, ਤਾਂ ਜੋ ਸਾਡੇ ਅੰਦਰ ਵੀ ਗੁਰੂ ਪ੍ਰਤੀ ਪ੍ਰੇਮ ਪੈਦਾ ਹੋ ਜਾਏ, ਕਿਉਂਕਿ ਬਿਨਾਂ ਪ੍ਰੇਮ ਤੋਂ ਅਸੀਂ ਕੁਝ ਵੀ ਨਹੀਂ ਹਾਂ। ਸਾਨੂੰ ਚਾਹੀਦਾ ਹੈ ਅਸੀਂ ਗੁਰੂ ਪ੍ਰਤੀ ਪ੍ਰੇਮ ਆਪਣੇ ਅੰਦਰ ਪੈਦਾ ਕਰੀਏ। ਸੋ ਬਿਨਾਂ ਗੁਰੂ ਦੀ ਬਾਤਾਂ ਸੁਣੇ ਸਾਡੇ ਅੰਦਰ ਪ੍ਰੇਮ ਪੈਦਾ ਨਹੀਂ ਹੋ ਸਕਦਾ। ਫਿਰ ਸਾਨੂੰ ਚਾਹੀਦਾ ਹੈ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਵੀ ਗੁਰੂ ਦੀਆਂ ਸਾਖੀਆਂ ਸੁਣਾਈਏ। ਅਸੀਂ ਅੱਜ ਕੀ ਕਰਦੇ ਹਾਂ, ਅਸੀਂ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਸਮਾਰਟਫੋਨ ਫੜਾ ਦਿੰਦੇ ਹਾਂ, ਉਹ ਫੋਨਾਂ 'ਤੇ ਲੱਗੇ ਰਹਿੰਦੇ ਹਨ, ਜਿਸ ਕਾਰਨ ਉਹਨਾਂ ਅੰਦਰ ਪੱਛਮੀ ਸੱਭਿਆਚਾਰ ਦਾ ਅਸਰ ਜ਼ਿਆਦਾ ਹੋ ਰਿਹਾ ਹੈ ਅਤੇ ਉਹ ਆਪਣੇ ਗੁਰੂ ਨੂੰ ਭੁੱਲਦੇ ਜਾ ਰਹੇ ਹਨ। ਸੋ ਸਾਨੂੰ ਚਾਹੀਦਾ ਹੈ ਅਸੀਂ ਆਪ ਵੀ ਪੜ੍ਹੀਏ ਅਤੇ ਦੂਸਰਿਆਂ ਨੂੰ, ਆਪਣੇ ਬੱਚਿਆਂ ਨੂੰ ਵੀ ਸੁਣਾਈਏ। ਫਿਰ ਸਾਨੂੰ ਬਾਬਾ ਜੀ ਦੇ ਜੀਵਨ ਵਿੱਚੋਂ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਾ ਕਰਨਾ ਚਾਹੀਦਾ ਹੈ। ਉਹ ਛੋਟਾ ਜਿਹਾ ਬੱਚਾ, ਬਾਬਾ ਜੀ ਜਦ ਛੋਟੇ ਸਨ ਤਾਂ ਉਹ ਇੰਨਾ ਸਤਿਕਾਰ ਹੀ ਬਾਬਾ ਜੀ ਵੱਲ ਪਿੱਠ ਨਹੀਂ ਕਰਦੇ ਸਨ। ਸੋ ਸਾਨੂੰ ਵੀ ਚਾਹੀਦਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਸਤਿਕਾਰ ਕਰੀਏ। ਫਿਰ ਸਾਨੂੰ ਮਿਲਦਾ ਹੈ, ਬਾਬਾ ਜੀ ਦੇ ਜੀਵਨ ਵਿੱਚ ਸਿੱਖਿਆ ਮਿਲਦੀ ਹੈ ਕਿ ਸਾਨੂੰ ਸੱਚੀ ਸੁੱਚੀ ਕਿਰਤ 'ਚ ਕਰਨੀ ਚਾਹੀਦੀ ਹੈ। ਜੇ ਅਸੀਂ 9 ਘੰਟੇ ਦਾ ਕੰਮ ਕਰਦੇ ਹਾਂ ਤਾਂ ਸਾਨੂੰ ਉਹ ਵੀ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ। ਹਾਲਾਂਕਿ ਬਾਬਾ ਜੀ ਦਾ ਬਚਨ ਹੈ ਕਿ ਸਾਨੂੰ 9 ਘੰਟੇ ਤੋਂ ਵੱਧ ਕੰਮ ਕਰਨਾ ਚਾਹੀਦਾ ਹੈ, ਪਰ ਅਸੀਂ ਅਜੇ ਜੇਕਰ 9 ਘੰਟੇ ਦਾ ਵੀ ਕਰਦੇ ਹਾਂ ਸਾਨੂੰ ਪੂਰੀ ਇਮਾਨਦਾਰੀ ਨਾਲ ਕਰਨਾ ਚਾਹੀਦਾ ਹੈ, ਜਿਹਦੀ ਸਾਡਾ ਨਾਮ ਮਨ ਵਿੱਚ ਲੱਗੂਗਾ। ਇਹ ਤਾਂ ਅਸੀਂ ਕਹਿੰਦੇ ਸਾਡਾ ਨਾਮ ਮਨ ਵਿੱਚ ਨਹੀਂ ਲੱਗਦਾ, ਅਸੀਂ ਬਹਿੰਦੇ ਹਾਂ ਪਾਠ ਕਰਨ, ਨਾਮ ਜਪਣ ਮੈਂ ਸਾਡਾ ਮਨ ਨਹੀਂ ਲੱਗਦਾ। ਇਹੀ ਕਾਰਨ ਹਨ ਕਿ ਸਾਡਾ ਮਨ ਨਹੀਂ ਲੱਗਦੇ। ਅਸੀਂ ਕਿਰਤ ਤਾਂ ਕਰਦੇ ਹਾਂ ਪਰ ਉਹਨਾਂ ਵਿੱਚ ਇਮਾਨਦਾਰੀ ਨਹੀਂ ਹੈ। ਮੈਂ ਵੀ ਤੁਹਾਡੇ ਵਰਗਾ ਹੀ ਹਾਂ, ਮੈਂ ਕੋਈ ਵੱਖਰਾ ਨਹੀਂ ਹਾਂ, ਮੈਂ ਵੀ ਇੱਦਾਂ ਹੀ ਕਰਦਾ ਹਾਂ। ਪਰ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਕਿ ਆਪਣੀ ਕਿਰਤ ਨੂੰ ਸੱਚੀ ਸੁੱਚੀ ਕਰੀਏ ਅਤੇ ਕੋਸ਼ਿਸ਼ ਕਰ ਸਕਦੇ ਹਾਂ ਕਿ ਆਪਣੇ ਮਾਲਕ ਨੂੰ ਜਿੱਥੇ ਅਸੀਂ 100 ਦਾ ਕੰਮ ਕਰਦੇ ਹਾਂ ਉਹਨੂੰ 110 ਦਾ ਕੰਮ ਕਰਕੇ ਦਈਏ ਅਤੇ ਤਨਖਾਹ 100 ਦੀ ਹੀ ਲਈਏ, ਤਾਂ ਜੋ ਸਾਡੀ ਕਮਾਈ ਵੱਧ ਸਕੇ ਅਤੇ ਅਸੀਂ ਆਪਣਾ ਮਨ ਗੁਰੂ ਨਾਨਕ ਦੇ ਚਰਨਾਂ ਵਿੱਚ ਜੋੜ ਸਕੀਏ। ਸੋ ਇਸ ਤਰ੍ਹਾਂ ਅਸੀਂ ਹੋਰ ਹੀ ਗੁਰੂ ਬਾਬਾ ਨੰਦ ਸਿੰਘ ਜੀ ਬਾਰੇ ਹੋਰ ਵੀ ਕਥਾਵਾਂ ਜਾਣਾਂਗੇ। ਸੋ ਅਗਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਦੂਸਰਿਆਂ ਨਾਲ ਸ਼ੇਅਰ ਕਰਿਓ, ਤਾਂ ਜੋ ਉਹ ਵੀ ਬਾਬਾ ਜੀ ਬਾਰੇ ਜਾਣ ਸਕੇ ਅਤੇ ਉਹਨਾਂ ਦਾ ਜੀਵਨ ਬਦਲ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।